ਕੱਲ੍ਹ ਸਰਕਾਰ ਨੇ ਆਪਣਾ ਪੈਂਡੇਮਿਕ ਐਕਸਪੈਂਸਿਸ ਨੂੰ ਕਵਰ ਕਰਨ ਵਾਸਤੇ ਇੱਕ ਸਪਲੀਮੈਂਟਰੀ ਐਸਟੀਮੇਟ ਜਾਰੀ ਕੀਤਾ। ਹੁਣ ਸਰਕਾਰ ਵੱਲੋਂ ਹਰ ਸਾਲ ਦੇ ਵਿੱਚ ਨਾਰਮਲੀ ਜਦੋਂ ਸਪਲੀਮੈਂਟਰੀ ਐਸਟੀਮੇਟ ਜਾਰੀ ਕੀਤੇ ਜਾਂਦੇ ਨੇ, ਉਹ ਬੜਾ ਪ੍ਰੋਸੀਜਰਲ ਜਿਹਾ ਕੰਮ ਹੁੰਦਾ, ਕਿਉਂਕਿ ਬਜਟ ਪੇਸ਼ ਹੋ ਚੁੱਕਾ ਹੁੰਦਾ, ਤੁਹਾਨੂੰ ਪਤਾ ਹੁੰਦਾ ਵੀ ਜਿਹੜੇ ਫਾਈਨੈਂਸ਼ੀਅਲ ਜਿਹੜੀ ਪ੍ਰੈਫਰੈਂਸਿਸ ਨੇ, ਤਰਜੀਹਾਂ ਨੇ, ਉਹ ਕੀ ਕੁਝ ਨੇ। ਅਤੇ ਇਹ ਨਾਰਮਲੀ 2 ਤੋਂ 3 ਵੱਖੋ ਵੱਖਰੇ ਰਾਊਂਡਸ ਹੁੰਦੇ ਨੇ, ਰਾਊਂਡ A, B ਐਂਡ C, ਐਸਟੀਮੇਟ A, B ਐਂਡ C। ਅਤੇ ਜਿਹੜਾ ਕੱਲ੍ਹ ਹੁਣ ਇਹ ਐਸਟੀਮੇਟ ਜਾਰੀ ਕੀਤਾ ਗਿਆ, ਉਹਦੇ ਵਿੱਚ ਸਰਕਾਰ ਨੇ ਦੱਸਿਆ ਕਿ $87 ਬਿਲੀਅਨ ਇਹ ਪੈਂਡੇਮਿਕ ਸਪੈਂਡਿੰਗ ਦੇ ਵਾਸਤੇ ਐਸਟੀਮੇਟ A ਦੇ ਤਹਿਤ ਜਾਰੀ ਕੀਤੇ ਗਏ ਨੇ। ਅਤੇ 17 ਜੂਨ ਨੂੰ ਵੋਟਿੰਗ ਹੋਣੀ ਆ। ਹੁਣ ਇਹ $87 ਬਿਲੀਅਨ, ਕਿਉਂਕਿ ਹੁਣ ਹੋਰ ਕਿੱਡੀ ਵੱਡੀਆਂ ਫਿਗਰਸ ਅਸੀਂ ਸੁਣਦੇ ਰਹੇ ਹਾਂ ਨਾ, ਵੀ 250 ਬਿਲੀਅਨ, 150 ਬਿਲੀਅਨ ਇੱਥੇ, ਅਤੇ ਜੀ ਨੈਸ਼ਨਲ ਡੈਟ ਸ਼ਾਇਦ 1 ਟ੍ਰਿਲੀਅਨ ਦੀ ਹੋ ਜਾਵੇ। ਸੁਣਨ ਨੂੰ ਲੱਗ ਸਕਦਾ ਵੀ 87 ਬਿਲੀਅਨ ਕੋਈ, ਚਲੋ ਠੀਕ ਆ, ਪੈਂਡੇਮਿਕ ਕਰਕੇ ਬਥੇਰਾ ਖਰਚਾ ਹੋ ਰਿਹਾ। ਜੇ ਇਹਨੂੰ ਕੰਪੇਅਰ ਕਰੀਏ, ਜਿਹੜੀ ਫਿਸਕਲ ਅਪਡੇਟ ਸੀ ਪਿਛਲੇ ਸਾਲ ਦੀ, ਜਿਹੜਾ ਐਸਟੀਮੇਟ A, ਜਿਹੜਾ ਕਿ ਇਹਦਾ ਹੀ ਹਾਣੀ ਐਸਟੀਮੇਟ ਪਿਛਲੇ ਸਾਲ ਦਾ ਦਿੱਤਾ ਗਿਆ ਸੀ, ਉਹ $4.9 ਬਿਲੀਅਨ ਦਾ ਸੀ, ਜਿਹੜਾ ਇਹ ਹੁਣ $87 ਬਿਲੀਅਨ ਦਾ। ਪਰ ਇਹਦੇ ਵਿੱਚ ਵੀ ਨਵੀਂ ਸਪੈਂਡਿੰਗ ਪੂਰੀ ਦੀ ਪੂਰੀ 87 ਨਵੀਂ ਸਪੈਂਡਿੰਗ ਨਹੀਂ ਆ। 6 ਬਿਲੀਅਨ ਹੀ ਆ ਨਵੀਂ ਸਪੈਂਡਿੰਗ। ਵਜੇ ਜਿਹੜੀ ਪਹਿਲਾਂ ਬਹੁਤ ਦੇਰ ਤੋਂ ਗੱਲ ਚੱਲਦੀ ਆ ਰਹੀ ਆ ਕਿ ਪਾਰਲੀਮੈਂਟ ਦੇ ਸੈਸ਼ਨਸ ਕਿਵੇਂ ਕਰਾਏ ਜਾਣ ਜੀ, ਅਤੇ ਅਸੀਂ ਵੀ ਕਈ ਵਾਰ ਇੱਥੇ ਬੈਠ ਕੇ ਆਪੋਜੀਸ਼ਨ ਦਾ ਕਈ ਵਾਰੀ ਮਖੌਲ ਵੀ ਉਡਾਇਆ ਇਸ ਗੱਲ 'ਤੇ ਕਿ ਬਈ ਉਹ ਜ਼ਿਆਦਾ ਹੀ ਇਸ ਗੱਲ ਨੂੰ ਐਵੇਂ ਲੈ ਰਹੇ ਨੇ ਸੀਰੀਅਸਲੀ। ਫਿਰ ਕੀ ਹੋਇਆ, ਔਨਲਾਈਨ ਗੱਲ ਕਰ ਲਓ ਜੀ, ਕਿ ਵਰਚੁਅਲ ਸੈਸ਼ਨ ਹੈ, ਹਾਈਬ੍ਰਿਡ ਹੋ ਜਾਏਗਾ, ਇਹਦੇ 'ਚ ਕਿਹੜੀ ਵੱਡੀ ਗੱਲ ਹੈ। ਪਰ ਜਿਹੜਾ ਹੁਣ ਸਰਕਾਰ ਵੱਲੋਂ ਸੁਝਾਇਆ ਗਿਆ ਹਾਈਬ੍ਰਿਡ ਪ੍ਰੋਗਰਾਮ ਹੈ, ਉਹਦੇ ਵਿੱਚ ਅਜਿਹੇ ਜਿਹੜੇ ਸਪਲੀਮੈਂਟਰੀ ਜਿਹੜੇ ਐਸਟੀਮੇਟਸ ਜਾਰੀ ਕੀਤੇ ਜਾਂਦੇ ਨੇ, ਉਹਨਾਂ ਨੂੰ ਡਿਬੇਟ ਕਰਨ ਲਈ ਸਿਰਫ 4 ਘੰਟੇ ਹੀ ਦਿੱਤੇ ਜਾਣਗੇ। ਅਤੇ ਹੁਣ ਇਹ ਜਿਹੜੇ ਸਪਲੀਮੈਂਟਰੀ ਐਸਟੀਮੇਟ A ਜਿਹੜਾ ਹੈਗਾ, ਪਹਿਲੀ ਰਿਪੋਰਟ ਜਿਹੜੀ 87 ਬਿਲੀਅਨ ਦਾ, ਜਿਹਦੇ ਵਿੱਚ ਐਕਸਪੈਂਡੀਚਰ ਪਾਸ ਹੋਣਾ, ਇਹਦੇ 'ਤੇ ਡਿਬੇਟ ਹੋਣੀ ਆ 17 ਜੂਨ ਨੂੰ। ਅਤੇ 17 ਜੂਨ ਨੂੰ ਸਿਰਫ 4 ਘੰਟੇ ਹੀ ਮਿਲਣੇ ਨੇ ਆਪੋਜੀਸ਼ਨ ਨੂੰ ਇਹਦੇ 'ਤੇ ਡਿਬੇਟ ਕਰਨ ਲਈ। ਨਾਰਮਲ ਪ੍ਰੋਸੀਡਿੰਗਸ ਦੇ ਵਿੱਚ ਜਦੋਂ ਡਿਬੇਟ ਹੁੰਦੀ ਆ, ਉਹਦੇ ਵਿੱਚ ਕਿੰਨੇ ਪ੍ਰੋਵੀਜ਼ਨਸ ਹੈਗੇ ਜੀ। ਆਪੋਜੀਸ਼ਨ ਸਵਾਲ ਪੁੱਛ ਸਕਦੀ ਆ ਕਿ ਤੁਸੀਂ ਆਹ ਪੈਸੇ ਕਿੱਥੇ ਖਰਚ ਕਰਨੇ ਨੇ ਜੀ, ਇਹ ਪੈਸੇ ਕਿੱਥੇ ਖਰਚ ਹੋਣਗੇ, ਇਹਦਾ ਵੇਰਵਾ ਦਿਓ। ਉਹਦਾ ਰਿਵਿਊ ਜਿਹੜਾ ਹੈਗਾ ਉਹ ਕਮੇਟੀ ਨੂੰ ਫਾਰਵਰਡ ਕੀਤਾ ਜਾ ਸਕਦਾ ਕਿ ਇਹਦੀ ਛਾਣਬੀਨ ਕਰੋ ਜੀ। ਪਰ ਹੁਣ ਸਿਰਫ 4 ਘੰਟੇ ਮਿਲਣੇ ਨੇ ਇਹਦੇ 'ਤੇ ਡਿਬੇਟ ਕਰਨ ਲਈ। ਸਰਕਾਰ ਦਾ ਇਹ ਕਹਿਣਾ, ਕੱਲ੍ਹ ਜੌਨ-ਇਵ ਡੂਕਲੋ ਵੱਲੋਂ, ਜਿਹੜੇ ਕਿ ਟਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਰਿਪੋਰਟ ਜਾਰੀ ਕੀਤੀ ਹੈ, ਅਤੇ ਉਹਨਾਂ ਦੇ ਸਪੋਕਸਪਰਸਨ ਦਾ ਇਹ ਕਹਿਣਾ ਹੈ ਕਿ ਇਹ ਸਾਰੇ ਦਾ ਸਾਰਾ ਐਕਸਪੈਂਡੀਚਰ ਨਵਾਂ ਨਹੀਂ ਹੈ, ਇਹ 'ਚੋਂ ਸਿਰਫ 6 ਬਿਲੀਅਨ ਹੀ ਨਵਾਂ, ਅਤੇ 81 ਬਿਲੀਅਨ ਜਿਹੜੇ ਉਹ ਹੈਗੇ ਪਹਿਲਾਂ ਜਿਹੜੇ ਬੈਨੀਫਿਟਸ ਅਨਾਊਂਸ ਕੀਤੇ ਗਏ ਸੀ, ਜਿਹੜੇ ਐਮਰਜੈਂਸੀ ਪ੍ਰੋਗਰਾਮਸ, ਉਹਨਾਂ ਦੇ ਵਿੱਚ ਹੀ ਜਾਣੇ ਹੈਗੇ ਆ 81 ਬਿਲੀਅਨ। ਅਤੇ ਉਹਨਾਂ ਪ੍ਰੋਗਰਾਮਸ ਬਾਰੇ ਬਹੁਤ ਵਿਸਤਾਰ ਵਿੱਚ ਪਹਿਲਾਂ ਡਿਬੇਟ ਹੋ ਚੁੱਕੀ ਹੈ। ਜਿਹੜੇ ਐਮਰਜੈਂਸੀ ਬਿਲਸ ਪਾਸ ਕਰਾਏ ਗਏ ਸੀਗੇ 32 ਜਦੋਂ MP ਹਾਊਸ ਦੇ ਵਿੱਚ ਆਏ ਸੀ, ਅਤੇ ਬਹੁਤ ਉਹਦੇ 'ਤੇ ਗੱਲਬਾਤ ਚੱਲੀ ਸੀ। ਅਤੇ ਪਰ ਗੱਲ ਇਹ ਹੈ ਕਿ ਜਦੋਂ ਉਹ ਬਿੱਲ ਪਾਸ ਕੀਤੇ ਗਏ ਸੀ, ਅਸੀਂ ਜਾਣਦੇ ਹਾਂ ਕਿ ਜਦੋਂ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਦੇ ਵਿੱਚ ਬਹੁਤ ਖਿੱਚੋਤਾਣ ਚੱਲੀ ਸੀ ਕਿ ਲਿਬਰਲ ਪਾਰਟੀ ਆਪਣੇ ਆਪ ਨੂੰ ਇੱਕ ਫਰੀ ਹੈਂਡ ਦੇ ਰਹੀ ਹੈ ਕਿ ਕੋਈ ਵੀ ਖਰਚਾ ਜਿਹੜਾ ਹੈਗਾ ਅਗਲੇ ਸਾਲ ਦੀ ਦਸੰਬਰ ਦੇ ਅੰਤ ਤੱਕ ਉਹ ਕਰ ਸਕਦੀ ਹੈ। ਪਹਿਲਾਂ ਪ੍ਰੋਵੀਜ਼ਨ ਇਹ ਰੱਖੀ ਗਈ ਸੀ, ਫਿਰ ਉਹਨੂੰ ਰੋਲ ਬੈਕ ਕਰਨਾ ਪਿਆ ਸੀ। ਉਹ ਹੁਣ ਕੀ ਸੀ, ਉਹਦੇ ਵਿੱਚ ਵਿਜੇ ਜਿਹੜਾ ਇੱਕ ਪਾਸ ਕਰਾਇਆ ਗਿਆ ਸੀ, ਉਹਦੇ ਵਿੱਚ ਇੱਕ ਨਵਾਂ ਲਾਅ ਸੀ, ਉਹਦਾ ਨਾਮ ਸੀ ਪਬਲਿਕ ਹੈਲਥ ਇਵੈਂਟਸ ਆਫ ਨੈਸ਼ਨਲ ਕੰਸਰਨ ਪੇਮੈਂਟਸ ਐਕਟ। ਦੈਟਸ ਰਾਈਟ। ਇਹਦੇ ਅਧੀਨ ਕੀ ਸੀ, ਇਹਦੇ ਅਧੀਨ ਲਿਖਿਆ ਗਿਆ, ਉਹਦੇ ਵਿੱਚ ਲਾਅ ਦੇ ਵਿੱਚ ਲਿਖਿਆ, ਗਵਰਨਮੈਂਟ ਨੂੰ ਆਥੋਰਾਈਜੇਸ਼ਨ ਮਿਲ ਜਾਣੀ ਸੀ ਟੂ ਸਪੈਂਡ ਆਲ ਮਨੀ ਰਿਕਵਾਇਰਡ to do anything about the pandemic in relation to that public health event of national concern, which in this case COVID-19 ਸੀ। ਸੋ ਵੇਰਵਾ ਨਹੀਂ ਦਿੱਤਾ ਗਿਆ। ਈਵਨ ਤੁਸੀਂ ਇਹ ਵੇਖੋ ਕਿ ਉਹਦੇ ਵਿੱਚ COVID-19 ਵੀ ਸਪੈਸੀਫਾਈ ਨਹੀਂ ਸੀ ਕੀਤਾ ਗਿਆ, ਕੋਈ ਵੀ ਹੈਲਥ ਉਹਦੀ ਇੰਟਰਪ੍ਰੀਟੇਸ਼ਨ ਇੰਨੀ ਜ਼ਿਆਦਾ ਇੰਨੀ ਬਰੋਡ ਸੀ ਕਿ ਹੁਣ ਜਿਵੇਂ ਕਿ ਕੋਈ ਦੇਖੋ ਨਾਲ ਦੀ ਨਾਲ ਇੱਕ ਪੈਰਲਲ ਇੱਕ ਜਿਹੜਾ ਇੱਕ ਪੈਂਡੈਮਿਕ ਜਾਂ ਇੱਕ ਜਿਹੜੀ ਸਿਚੁਏਸ਼ਨ ਹੋਰ ਚੱਲਦੀ ਪਈ ਹੈ ਨਾ ਬਸ, ਉਹ ਹੈ ਓਪੀਓਇਡਸ ਦੀ ਸਮੱਸਿਆ। ਹੁਣ ਉਹਦੀ ਵਰਡਿੰਗ ਇੰਨੀ ਬਰੋਡ ਸੀ ਕਿਉਂਕਿ ਉਦੋਂ ਇਹ ਨਹੀਂ ਸੀ ਪਤਾ ਵੀ COVID-19 ਦਾ ਪ੍ਰਕੋਪ ਕਿੰਨਾ ਚਿਰ ਰਹਿਣਾ ਤੇ ਕਿੰਨਾ ਮਾਰੂ ਸਿੱਧ ਹੋ ਸਕਦਾ ਇੱਥੇ ਕੈਨੇਡਾ ਦੇ ਵਿੱਚ। ਸੋ ਇਸ ਕਰਕੇ ਇਹਦਾ ਇਸ਼ੂ ਸੀਗਾ, ਐਂਡ ਉਹ ਆਈ ਥਿੰਕ ਵੈਲਿਡ ਇਸ਼ੂ ਸੀ ਕਿ ਸਰਕਾਰ ਨੂੰ ਤੁਸੀਂ ਬਿਲਕੁਲ ਹੀ ਬਲੈਂਕ ਚੈੱਕ ਲਿਖ ਕੇ ਨਹੀਂ ਦੇ ਸਕਦੇ। ਓਪੋਜੀਸ਼ਨ ਪਾਰਟੀਆਂ ਉੱਥੇ ਬਿਲਕੁਲ ਸਹੀ ਸੀਗੀਆਂ। ਤੇ ਵਿਜੇ ਪਿਛਲੇ ਸ਼ੁੱਕਰਵਾਰ ਪਾਰਲੀਮੈਂਟਰੀ ਬਜਟ ਆਫਿਸਰ ਈਵ ਜਰੋ ਨੇ ਜੀ, ਉਹਨਾਂ ਨੇ ਪਾਰਲੀਮੈਂਟ ਦੀ ਕਮੇਟੀ ਨੂੰ ਇਹ ਗੱਲ ਕੀਤੀ ਸੀ, ਕਹਿੰਦੇ ਕਿ ਜਿਹੜੇ ਸਿਰਫ 4 ਘੰਟੇ ਦਿੱਤੇ ਜਾ ਰਹੇ ਨੇ ਇਹ ਸਾਰੇ ਦੇ ਸਾਰੇ ਖਰਚੇ ਨੂੰ ਡਿਬੇਟ ਕਰਨ ਲਈ, ਕਹਿੰਦੇ ਇਟਸ ਅਨਫੋਰਚੂਨੇਟ ਟੂ ਸੇ ਦ ਲੀਸਟ, ਮੰਦਭਾਗੀ ਗੱਲ ਹੈ ਬਹੁਤ ਜ਼ਿਆਦਾ ਜੀ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਦਿਸ ਇਜ਼ ਗੋਇੰਗ ਟੂ ਬੀ ਅ ਵੈਰੀ ਐਕਸਪੈਂਸਿਵ 4 hours
ਕਿ 4 ਘੰਟਿਆਂ ਦੇ ਵਿੱਚ 87 ਬਿਲੀਅਨ ਦਾ ਡਾਲਰ ਦਾ ਬਜਟ ਪਾਸ ਕਰ ਦਿੱਤਾ ਜਾਣਾ, ਖਰਚਾ ਪਾਸ ਕਰ ਦਿੱਤਾ ਜਾਣਾ ਬਹੁਤ ਵੱਡੀ ਗੱਲ ਹੈ। ਐਸਪੈਸ਼ਲੀ ਜਦੋਂ ਜੋ ਤੁਸੀਂ ਮੈਂਸ਼ਨ ਕੀਤਾ ਕਿ ਪਿਛਲੇ ਸਾਲ ਦੇ ਜੇ ਤੁਸੀਂ ਦੇਖੋ ਸਪਲੀਮੈਂਟਰੀ ਐਸਟੀਮੇਟਸ A ਤੇ ਉਹ ਸਿਰਫ 4.9 ਬਿਲੀਅਨ ਡਾਲਰ ਸੀ, ਐਸਟੀਮੇਟ B ਉਹ ਤੋਂ ਵੀ ਘੱਟ ਸੀ 3.8 ਬਿਲੀਅਨ ਡਾਲਰ, ਤੇ ਉਹਦੇ ਨਾਲ ਕੰਪੇਅਰ ਕਰ ਲਓ 87 ਬਿਲੀਅਨ ਡਾਲਰ। ਜਿਹੜਾ ਦੇਖੋ ਨਾਰਮਲ ਪ੍ਰੋਸੈਸ ਜਿਹਦੀ ਤੁਸੀਂ ਵੀ ਗੱਲ ਕਰ ਰਹੇ ਹੋ ਵਾਸੂ, ਔਰ ਨਾਰਮਲੀ ਕੀ ਹੈ ਕਿ ਇਹਨੂੰ ਵੋਟਾਂ ਦੇ ਵਿੱਚ ਡਿਵਾਈਡ ਕੀਤਾ, ਫਿਰ ਕਮੇਟੀ ਦੇ ਸਾਹਮਣੇ ਵੋਟ ਜਾਂਦੀ ਆ, ਕਮੇਟੀ ਕੋਲ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਫਿਰ ਜਿਹੜਾ ਮਿਨਿਸਟਰ ਕੰਸਰਨਡ ਹੁੰਦਾ ਉਹਨੂੰ ਬੁਲਾ ਸਕਦੇ ਨੇ, ਉਹ ਤੋਂ ਸਵਾਲ ਜਵਾਬ ਕਰ ਸਕਦੇ ਨੇ। ਕਮੇਟੀ ਇਹ ਵੀ ਰਿਕਮੈਂਡ ਕਰ ਸਕਦੀ ਹੈ ਕਿ ਜੀ ਕਟੌਤੀ ਕਰ ਲਓ ਇਹ ਬਜਟ ਦੇ ਵਿੱਚ, ਐਸਟੀਮੇਟ ਦੇ ਵਿੱਚ, ਉਹ ਵਾਧੇ ਦੀ ਰਿਕਮੈਂਡੇਸ਼ਨ ਨਹੀਂ ਕਰ ਸਕਦੇ। ਪਰ ਕਿਉਂਕਿ ਹੁਣ ਜਿਹੜਾ ਇਹ ਸਪੈਸ਼ਲ ਸੈਸ਼ਨਸ ਲੱਗਣੇ ਨੇ ਪਾਰਲੀਮੈਂਟ ਦੇ, ਤੇ ਜਿਹੜਾ ਹੁਣ 17 ਜੂਨ ਨੂੰ ਇਨ ਪਰਸਨ ਸੈਸ਼ਨ ਹੋਣਾ, ਐਂਡ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਕਿ ਉਹਦੇ 'ਚ ਨੰਬਰ ਆਫ MPs ਥੋੜ੍ਹੇ ਹੀ ਹੋਣਗੇ, ਬਾਕੀਆਂ ਨੇ ਵਰਚੁਅਲੀ ਟਿਊਨ ਇਨ ਕਰਨਾ ਜਾਂ ਆਉਣਗੇ, ਹਾਈਬ੍ਰਿਡ ਸੈਸ਼ਨ ਆ। ਉਹਦੇ ਵਿੱਚ ਹੁਣ ਜਿਹੜੀ ਇਹ ਵੋਟਿੰਗ ਹੋਣੀ ਆ, ਜਿਹੜਾ ਇਹ ਪਹਿਲਾਂ ਪ੍ਰੋਸੈਸ ਨਾਰਮਲੀ ਜ਼ਿਆਦਾ ਲੰਬਾ ਚੱਲਦਾ ਸੀ, ਓਨਲੀ 4 ਆਵਰਸ, ਉਹਦੇ ਵਿੱਚ ਇਹ 87 ਬਿਲੀਅਨ ਡਾਲਰ ਦਾ ਐਸਟੀਮੇਟ ਪਾਸ ਕੀਤਾ ਜਾਣਾ। ਤੇ ਇਹਦੇ ਵਿੱਚ ਫਿਰ ਇਹ ਵੀ ਆ ਕਿ ਜਿਹੜਾ ਉਹ ਫਰਦਰ 6 ਬਿਲੀਅਨ ਡਾਲਰ ਦੀ ਬ੍ਰੇਕਡਾਊਨ ਆ ਨਾ, ਉਹਦੀ ਪੂਰੀ ਡਿਟੇਲ ਦੇ ਵਿੱਚ ਤੇ ਖੈਰ ਅਸੀਂ ਨਹੀਂ ਜਾਣਾ, ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਸਪੈਸੀਫਿਕ ਜਾਣਕਾਰੀ ਹੋ ਜਾਏਗੀ। ਉਹਦੇ ਵਿੱਚੋਂ ਜੇ ਸਪੈਸ਼ਲੀ ਵੇਖੋ ਹੈਲਥ ਕੇਅਰ ਨਾਲ ਰਿਲੇਟਡ ਖਰਚਾ ਕੋਈ ਨਹੀਂ ਹੈਗਾ, ਇਹ ਬਾਕੀ ਦੇ ਹੋਰ ਖਰਚੇ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਅਦਰਵਾਈਜ਼ ਵੀ ਹੋਣੇ ਹੀ ਸੀ। ਜਿਹੜਾ ਕਿਉਂਕਿ ਜਿਹੜਾ 87 ਚੋਂ ਐਕਸਟਰਾ ਅਮਾਊਂਟ 6 ਬਿਲੀਅਨ ਹੀ ਹੈ, ਉਹ 6 ਬਿਲੀਅਨ ਦੇ ਵਿੱਚੋਂ ਕੁਝ ਫੈਮਿਲੀ ਸਰਵਿਸਿਜ਼ ਤੇ ਜਿਹੜੇ ਰਿਜ਼ਰਵਸ ਦੇ ਉੱਪਰ, ਚਾਈਲਡ ਐਂਡ ਫੈਮਿਲੀ ਸਰਵਿਸਿਜ਼, ਕੁਝ ਪੈਸੇ ਉਹਦੇ ਵਾਸਤੇ ਨੇ, ਕੁਝ ਪੈਸੇ ਨੇ ਹੈਲਥ ਰਿਸਰਚ ਤੇ ਫੈਡਰਲ ਬਾਡੀਜ਼ ਵਾਸਤੇ, VR ਰੇਲ ਕੈਨੇਡਾ ਦੇ ਆਪਰੇਸ਼ਨਸ ਤੇ ਮੇਨਟੇਨੈਂਸ ਲਈ ਪੈਸੇ ਨੇ। ਸੋ ਅਲੱਗ-ਅਲੱਗ ਇਹਦੇ ਵਿੱਚ ਸ਼੍ਰੇਣੀਆਂ ਬਣਾਈਆਂ ਹੋਈਆਂ ਨੇ, ਉਹਨੂੰ ਇਹ 6 ਬਿਲੀਅਨ ਡਾਲਰ ਡਿਸਪਰਸ ਹੋਣਾ। ਮੈਡੀਕਲ ਰਿਸਰਚ ਦਾ ਜਿਹੜਾ ਹੈਗਾ, ਵੈਕਸੀਨ ਦੀ ਡਿਵੈਲਪਮੈਂਟ, ਉਹ ਇੱਕ ਮੇਜਰ ਖਰਚਾ ਜਿਹੜਾ ਇਹ 6 ਬਿਲੀਅਨ ਦੇ ਵਿੱਚ ਇਨਕਲੂਡ ਕੀਤਾ ਗਿਆ, ਜਿਹੜਾ ਪੈਂਡੈਮਿਕ ਨਾਲ ਰਿਲੇਟਡ ਹੈ। ਵਿਜੇ ਹੁਣ ਇੱਕ ਗੱਲ ਇਹ ਵੀ ਹੈ ਕਿ ਆਪੋਜੀਸ਼ਨ ਬਾਰ-ਬਾਰ ਪੁੱਛਦੀ ਰਹੀ ਕਿ ਤੁਸੀਂ ਬਜਟ ਕਦੋਂ ਪਾਸ ਕਰਨਾ, ਬਜਟ ਕਦੋਂ ਪ੍ਰੈਜ਼ੈਂਟ ਕਰਨਾ, ਤੇ ਸਰਕਾਰ ਨੇ ਮਾਰਚ ਵਿੱਚ ਕਲੀਅਰਲੀ ਕਹਿਤਾ ਸੀ ਕਿ ਬਜਟ ਤਾਂ ਨਹੀਂ ਪ੍ਰੈਜ਼ੈਂਟ ਕੀਤਾ ਜਾਏਗਾ। ਉਸ ਤੋਂ ਬਾਅਦ ਆਪੋਜੀਸ਼ਨ ਕਹਿਣ ਲੱਗ ਪਈ ਕਿ ਫਿਸਕਲ ਅਪਡੇਟ ਹੀ ਦੇ ਦਿਓ, ਤੇ ਉਹਦੇ ਜਵਾਬ ਵਿੱਚ ਬਿਲ ਮੋਰਨੋ ਨੇ ਕਿਹਾ ਸੀ, ਕਹਿੰਦੇ ਕਿ ਸਿਚੁਏਸ਼ਨ ਇੰਨੀ ਅਨਕਲੀਅਰ ਹੈ, ਸਾਨੂੰ ਪਤਾ ਹੀ ਨਹੀਂ ਕਿ ਹੁਣ ਜਿਹੜੀ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਫਿਸਕਲ ਅਪਡੇਟ ਦਾ ਕੰਮ ਕੀ ਹੁੰਦਾ, ਇੱਕ ਜਾਣਕਾਰੀ ਦੇਣਾ, ਇੱਕ ਟ੍ਰੈਂਡਸ ਸਾਂਝੇ ਕਰਨੇ ਕਿ ਫਿਊਚਰ ਦੇ ਵਿੱਚ ਕੀ ਖਰਚੇ ਸਾਹਮਣੇ ਆ ਸਕਦੇ ਨੇ, ਕਿੱਥੇ ਕੀ ਖਰਚਾ ਕੀਤਾ ਜਾਏਗਾ। ਤੇ ਬਿਲ ਮੋਰਨੋ ਨੇ ਕਿਹਾ ਸੀ, ਕਹਿੰਦੇ ਸਾਨੂੰ ਆਪ ਨੂੰ ਨਹੀਂ ਪਤਾ ਕਿ ਸਿਚੁਏਸ਼ਨ ਜਿਹੜੀ ਹੈ ਹਫ਼ਤੇ ਬਾਅਦ ਕਿਹੋ ਜਿਹੀ ਹੋਣੀ ਹੈ, ਮਹੀਨੇ ਬਾਅਦ ਕਿਹੋ ਜਿਹੀ ਹੋਣੀ ਹੈ, ਕੁਝ ਦਿਨਾਂ ਦੇ ਵਿੱਚ ਹੀ ਬਦਲ ਜਾਵੇ, ਪਤਾ ਨਹੀਂ। ਅੱਛਾ, ਹੁਣ ਜਿਹੜਾ 250 ਬਿਲੀਅਨ ਡਾਲਰ ਦੇ ਡੈਫਿਸਿਟ ਦੀ ਗੱਲ ਵੀ ਚੱਲ ਰਹੀ ਸੀ ਨਾ, ਉਹ ਜਿਹੜਾ ਡੈਫਿਸਿਟ ਆ ਉਹਦੇ ਵਿੱਚ ਕਹਿੰਦੇ ਵੀ ਜਿਹੜਾ ਖਰਚਾ ਹੈ ਉਹ ਤਾਂ ਹੈ ਤਕਰੀਬਨ 152 ਬਿਲੀਅਨ ਡਾਲਰ। ਜਿਹੜਾ ਬਾਕੀ ਉਹ ਡੈਫਿਸਿਟ 152 ਤੋਂ 250 ਕਿਵੇਂ ਪਹੁੰਚਦਾ, ਕਿਉਂਕਿ ਸਰਕਾਰ ਦਾ ਰੈਵਨਿਊ ਵੀ ਘਟਣਾ। ਸੋ ਜਦੋਂ ਤੁਸੀਂ ਵਧਿਆ ਹੋਇਆ ਖਰਚਾ ਤੇ ਘਟ ਗਿਆ ਰੈਵਨਿਊ, ਜਿਹੜੀ ਕਮਾਈ ਹੋਣੀ ਸੀ, ਜਿਹੜੀ ਪਤਾ ਹੀ ਸੀ ਕਿ ਹੋਣੀ ਸੀ, ਉਹਦੀ ਕਟੌਤੀ ਨੂੰ ਜੋੜ ਕੇ ਵੇਖਦੇ ਹੋ, ਤੇ ਉਹ ਜਿਹੜਾ ਇਸ ਵੇਲੇ ਕਰੰਟ ਫੈਡਰਲ ਡੈਫਿਸਿਟ ਫॉर ਦਿਸ ਫਾਈਨੈਂਸ਼ੀਅਲ ਈਅਰ, ਉਹ 250 ਬਿਲੀਅਨ ਦੇ ਡਾਲਰ ਦੇ ਨੇੜੇ ਤੇੜੇ ਆ, ਜਿਹੜਾ ਕਿ ਕੁਝ ਦਿਨ ਪਹਿਲਾਂ ਜਿਹੜੇ PBO ਦੇ ਆਫਿਸਰ ਨੇ ਉਹਨਾਂ ਨੇ ਕਿਹਾ ਸੀ ਵੀ 251-52 ਤੋਂ ਵੱਧ ਕੇ ਉਹ 260 ਬਿਲੀਅਨ ਤੱਕ ਪਹੁੰਚ ਗਿਆ। ਸੋ ਹੁਣ ਅਸਲ ਦੇ ਵਿੱਚ ਕਿੰਨਾ ਹੋਏਗਾ, ਉਹੀ ਗੱਲ ਆ ਕਿ ਜੇ ਬਜਟ ਨਹੀਂ ਤਾਂ ਫਿਰ ਫਾਈਨੈਂਸ਼ੀਅਲ ਅਪਡੇਟ ਹੀ ਦਿਓ, ਤਾਂ ਕਿ ਕੁਝ ਪਤਾ ਤੇ ਲੱਗੇ, ਕਲੈਰਿਟੀ ਤੇ ਹੋਵੇ। ਬਿਲਕੁਲ। ਤੇ ਜਿਹੜਾ 150 ਤੇ 250 ਦੇ ਵਿਚਲਾ ਫਰਕ ਹੈ, ਉਹਦੇ ਵਿੱਚ ਜਿਹੜਾ ਐਗਜ਼ਿਸਟਿੰਗ ਡੈਫਿਸਿਟ ਵੀ ਸੀਗਾ ਉਹ ਵੀ ਸ਼ਾਮਲ ਹੈ, ਕਿ ਪਹਿਲਾਂ ਵੀ ਸੀਗਾ ਡੈਫਿਸਿਟ, ਤੇ ਹੁਣ ਜਿਹੜਾ ਵੱਧ ਵੀ ਜਾਣਾ, ਕਿ ਜਿਹੜਾ ਕਿ ਡਾਇਰੈਕਟ ਸਪੈਂਡਿੰਗ ਨਾਲ ਰਿਲੇਟਡ ਨਹੀਂ ਹੋਏਗਾ, ਪਰ ਹੋਰ ਖਰਚੇ ਵੀ ਹੋਣੇ ਸਰਕਾਰ।